Hello, good morning, students. Here we come with a new chapter, new unit, that is unit number 3 from your book Biology in Human Welfare. This unit includes 3 chapters. Number 1 is Human Health and Disease, number 2 is Strategies for Enhancement in Food Production, and number 3 is Microbes in Human Welfare. So we start with the first chapter of this unit, that is Human Health and Disease. So first of all, we have to cover up the definition of the health. What do you mean by health? It is a state of well-being where body and mind are in harmony. Means ਇਹ ਆਪਣੇ ਸਰੀਰ ਦੀ ਉਹ ਸਥਿਤੀ ਹੈ ਜਿੱਥੇ ਆਪਣੀ ਜਿਹੜੀ ਬੋਡੀ ਹੈ ਤੇ ਆਪਣਾ ਦਿਮਾਗ ਮਾਈਂਡ ਹੈ ਉਹ ਤਾਲਮੇਲ ਦੇ ਵਿੱਚ ਨੇ. Means they both are doing well. But in modern time this definition is modified to a greater extent. But ਹੁਣ ਇਹ definition ਬਹੁਤ ਜ਼ਿਆਦਾ ਹੱਦ ਤੱਕ change ਹੋ ਚੁੱਕੀ ਹੈ. Now according to the WHO, the World Health Organization, it may be defined as a state of human being in which he is physically, mentally, socially and behaviorally fit. Means WHO ਨੇ ਇਸ definition ਨੂੰ modify ਕਰ ਦਿੱਤਾ ਔਰ ਉਸਨੂੰ ਕਿਹਾ ਕਿ ਜਿਹੜਾ ਇਨਸਾਨ ਸਰੀਰਕ ਤੌਰ 'ਤੇ, ਦਿਮਾਗੀ ਤੌਰ 'ਤੇ, ਸਮਾਜਿਕ ਤੌਰ 'ਤੇ ਅਤੇ ਆਪਣੇ ਸੁਭਾਵਿਕ ਤੌਰ 'ਤੇ ਫਿੱਟ ਹੈ ਉਹਨੂੰ ਹੀ ਆਪਾਂ ਹੈਲਦੀ ਪਰਸਨ ਦਾ ਖਿਤਾਬ ਦਿੰਦੇ ਹਾਂ. ਇਨ ਅਦਰ ਵਰਡਸ ਨੋ ਬੋਡੀ ਇਜ਼ ਫਿੱਟ. ਦੂਜੇ ਪਾਸੇ ਇਹਦਾ ਇਹ ਵੀ ਮਤਲਬ ਹੋਇਆ ਕਿ ਕੋਈ ਵੀ ਹੈਲਦੀ ਜਾਂ ਕੋਈ ਵੀ ਫਿੱਟ ਨਹੀਂ ਹੈਗਾ. ਬਟ ਇਨ ਦਿਸ ਚੈਪਟਰ ਵੀ ਆਰ ਗੋਇੰਗ ਟੂ ਕੰਸੀਡਰ ਦ ਕਾਮਨ ਹੈਲਥ ਇਸ਼ੂਜ਼ ਵਿਚ ਆਰ ਪ੍ਰੀਵੇਲਿੰਗ ਇਨ ਦ ਸੁਸਾਇਟੀ. ਜੋ ਪ੍ਰੋਬਲਮਸ ਆਪਣੀ ਸੁਸਾਇਟੀ ਦੇ ਵਿੱਚ ਬਹੁਤ ਜ਼ਿਆਦਾ ਆਮ ਨੇ, ਕਾਮਨ ਨੇ, ਉਹਨਾਂ ਨੂੰ ਹੀ ਆਪਾਂ ਕਵਰ ਕਰਾਂਗੇ, ਜਿਹਦੇ ਲਈ ਆਪਾਂ ਨੂੰ ਸਮਝਣਾ ਪਏਗਾ ਕਿ ਜਿਹੜੀ ਡਿਜ਼ੀਜ਼ ਹੈ ਉਹ ਪੈਥੋਜੈਨਿਕ ਹੈ. ਮੀਨਸ ਇਸ ਚੈਪਟਰ ਦੇ ਵਿੱਚ ਆਪਾਂ ਮੇਨਲੀ ਕਿਹਨੂੰ ਕਵਰ ਕਰਾਂਗੇ? ਦ ਡਿਜ਼ੀਜ਼ਿਜ਼ ਵਿਚ ਆਰ ਪੈਥੋਜੈਨਿਕ, ਮੀਨਸ ਕੌਜ਼ਡ ਬਾਏ ਮਾਈਕਰੋ ਔਰਗੈਨਿਜ਼ਮਸ. ਜਾਂ ਫਿਰ ਉਹ ਡਿਜ਼ੀਜ਼ ਜੈਨੇਟਿਕ ਹੈ, ਮਤਲਬ ਉਹ ਬਾਏ ਬਰਥ ਹੈ ਜਾਂ ਕਿਸੇ ਜੀਨ ਦੀ ਮੈਨੂਪੂਲੇਸ਼ਨ ਹੋਈ ਹੈ, ਉਹਦੇ ਵਿੱਚ ਜੀਨ ਮੁਟੇਸ਼ਨ ਦੇ ਨਾਲ ਹੋਈ ਹੈ. ਮੀਨਸ ਦੇਰ ਆਰ ਸੋ ਮੈਨੀ ਅਦਰ ਰੀਜ਼ਨਸ ਵਿਚ ਕਾਜ਼ਿਜ਼ ਦ ਡਿਜ਼ੀਜ਼ ਔਰ genetic disorders. These disorders we will discuss in the chapter number 5, Principles of Inheritance. Now we are covering only the pathogenic diseases in this chapter. There are many diseases which are caused by viruses, bacteria, fungi or protozoans. Means ਸਾਰੇ ਹੀ ਆਰਗੈਨਿਜ਼ਮ ਆਪਾਂ ਨੂੰ ਕੋਈ ਨਾ ਕੋਈ ਬਿਮਾਰੀ ਕੌਜ਼ ਕਰ ਦਿੰਦੇ ਨੇ. ਨੋ ਡਾਊਟ ਆਪਾਂ ਨੂੰ ਇਹਨਾਂ ਮਾਈਕਰੋ ਆਰਗੈਨਿਜ਼ਮਸ ਦੇ ਬਹੁਤ ਜ਼ਿਆਦਾ ਬੈਨੀਫਿਟਸ ਵੀ ਨੇ, ਬਟ ਇਹਨਾਂ ਵਿੱਚੋਂ ਕਈ ਆਰਗੈਨਿਜ਼ਮਸ ਇੱਦਾਂ ਦੇ ਵੀ ਨੇ ਜਿਹੜੇ ਆਪਾਂ ਨੂੰ ਡਿਜ਼ੀਜ਼ਿਜ਼ ਵੀ ਕੌਜ਼ ਕਰਦੇ ਨੇ. ਡਿਜ਼ੀਜ਼ਿਜ਼ 'ਤੇ ਜਾਣ ਤੋਂ ਪਹਿਲਾਂ ਆਪਾਂ ਥੋੜ੍ਹੀ ਜਿਹੀ ਕੁਝ ਜਨਰਲ ਟਰਮਸ ਸਟੱਡੀ ਕਰਾਂਗੇ ਜਿਹੜੀਆਂ ਆਪਾਂ ਬਾਰ-ਬਾਰ ਰਿਪੀਟ ਕਰਨੀਆਂ ਇਸ ਚੈਪਟਰ ਦੇ ਵਿੱਚ. ਕੌਜ਼ਟਿਵ ਆਰਗੈਨਿਜ਼ਮ, ਇਹ ਉਹ ਆਰਗੈਨਿਜ਼ਮ ਹੈ ਜਿਹੜਾ ਆਪਣੀ ਬੋਡੀ ਨੂੰ ਅਨਕੰਫਰਟੇਬਲ ਕਰੇ ਔਰ ਅਨਫਿਟ ਕਰ ਦੇਵੇ ਫॉर ਅ ਸ਼ਾਰਟਰ ਔਰ ਲੌਂਗਰ ਡਿਊਰੇਸ਼ਨ. ਘੱਟ ਟਾਈਮ ਦੇ ਲਈ ਜਾਂ ਫਿਰ ਲੰਬੇ ਟਾਈਮ ਦੇ ਲਈ ਆਪਣੀ ਬੋਡੀ ਜਿਹੜੀ ਹੈਗੀ ਆ ਉਹ ਅਨਕੰਫਰਟੇਬਲ ਅਤੇ ਅਨਫਿਟ ਮਹਿਸੂਸ ਕਰਦੀ ਹੈ. ਕਦੋਂ? ਜਦੋਂ ਆਪਣੀ ਬੋਡੀ ਦੇ ਵਿੱਚ ਕੋਈ ਆਰਗੈਨਿਜ਼ਮ ਐਂਟਰ ਕਰ ਜਾਂਦਾ ਹੈ ਔਰ ਉਸ ਆਰਗੈਨਿਜ਼ਮ ਨੂੰ ਆਪਾਂ ਕਿਆ ਕਹਿੰਦੇ ਹਾਂ? ਕੌਜ਼ਟਿਵ ਆਰਗੈਨਿਜ਼ਮ. ਦੈਨ ਸਿੰਪਟਮਸ ਉਹ ਸਾਈਨਸ ਨੇ, ਚਿੰਨ੍ਹ ਨੇ ਆਪਣੀ ਬੋਡੀ ਦੇ ਵਿੱਚ ਜਿਹੜੇ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਜਦੋਂ ਆਪਣੀ ਬੋਡੀ ਦੇ ਵਿੱਚ ਕੋਈ ਪੈਥੋਜਨ ਐਂਟਰ ਕਰਦਾ ਹੈ. ਮੀਨਸ ਆਪਣੀ ਬੋਡੀ ਕੋਈ ਰਿਸਪੌਂਸ ਦੇ ਰਹੀ ਹੈ ਤਾਂ ਉਸ ਰਿਸਪੌਂਸ ਨੂੰ ਆਪਾਂ ਕਿਆ ਕਹਾਂਗੇ? ਸਿੰਪਟਮਸ, ਸਿੰਬਲਸ ਜਾਂ ਸਾਇੰਸ. ਇਨਕਿਊਬੇਸ਼ਨ ਪੀਰੀਅਡ, ਇਹ ਉਹ ਪੀਰੀਅਡ ਹੈ ਜਿਹਦੇ ਵਿੱਚ ਵਿਚਕਾਰ ਆਰਗੈਨਿਜ਼ਮ ਆਪਣੀ ਬੋਡੀ ਨੂੰ ਇਨਫੈਕਟ ਕਰਦਾ ਹੈ ਔਰ ਉਹਦੇ ਪਹਿਲੇ ਸਿੰਪਟਮਸ ਅਪੀਅਰ ਹੁੰਦੇ ਨੇ. ਮਤਲਬ ਆਪਾਂ ਡਾਇਗਨੋਸ ਕਰ ਲੈਂਦੇ ਹਾਂ ਕਿ ਉਹ ਕਿਹੜੀ ਬਿਮਾਰੀ ਹੈ ਉਦੋਂ ਤੱਕ, ਔਰ ਜਦੋਂ ਉਹ ਆਰਗੈਨਿਜ਼ਮ ਆਪਣੀ ਬੋਡੀ ਦੇ ਅੰਦਰ ਐਂਟਰ ਕਰਿਆ ਉਹ ਜਿਹੜਾ ਵਿੱਚ ਵਾਲਾ ਪੀਰੀਅਡ ਹੈ ਉਹਨੂੰ ਆਪਾਂ ਇਨਕਿਊਬੇਸ਼ਨ ਪੀਰੀਅਡ ਕਹਿੰਦੇ ਹਾਂ. ਮਤਲਬ ਉਸ ਟਾਈਮ 'ਤੇ ਜਿਹੜੀ ਇਸ ਪੈਥੋਜਨ ਦੀ ਐਕਟੀਵਿਟੀ ਹੁੰਦੀ ਹੈ ਉਹ ਬਹੁਤ ਜ਼ਿਆਦਾ ਫਾਸਟ ਹੁੰਦੀ ਹੈ, ਇਹ ਐਕਟਿਵ ਹੁੰਦਾ ਹੈ ਔਰ ਆਪਣੀ ਬੋਡੀ ਨੂੰ ਫਟਾਫਟ ਇਨਵੇਡ ਕਰ ਲੈਂਦਾ, ਆਪਣੇ ਕਬਜ਼ੇ ਵਿੱਚ ਕਰ ਲੈਂਦਾ. ਹਾਂਜੀ, ਕੋਈ ਵੀ ਡਿਜ਼ੀਜ਼ ਹੋਵੇ ਉਹਦੇ ਕਿਆ ਕਾਮਨ ਪ੍ਰੀਵੈਂਟਿਵ ਮੈਜਰਸ ਹੋਣਗੇ ਹਮੇਸ਼ਾ?
ਤੁਸੀਂ ਸਭ ਨੇ ਸੁਣਿਆ ਹੀ ਹੋਣਾ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਇਹਦਾ ਮਤਲਬ ਪ੍ਰੀਵੈਂਟਿਵ ਮੈਜਰਸ ਦੇ ਵਿੱਚ ਆਪਾਂ ਨੇ ਕੁਝ ਇਹੋ ਜਿਹੇ ਤਰੀਕੇ ਅਪਣਾਉਣੇ ਨੇ ਜੋ ਕਿ ਆਪਾਂ ਲਾਈਫ ਟਾਈਮ ਲਈ ਆਪਣੀ ਲਾਈਫ ਦੇ ਵਿੱਚ ਅਡੋਪਟ ਕਰਨੇ ਹੁੰਦੇ ਨੇ, ਜਿਵੇਂ ਕਿ ਮੇਨਟੇਨੈਂਸ ਆਫ ਪਰਸਨਲ ਐਂਡ ਪਬਲਿਕ ਹਾਈਜੀਨ, ਆਪਣੇ ਆਪ ਨੂੰ ਹਮੇਸ਼ਾ ਸਾਫ਼ ਰੱਖਣਾ ਔਰ ਆਪਣੇ ਆਲੇ ਦੁਆਲੇ ਨੂੰ ਵੀ, ਆਪਣੀ ਕਮਿਊਨਿਟੀ ਨੂੰ, ਆਪਣੀ ਪਬਲਿਕ ਏਰੀਆ ਨੂੰ ਹਮੇਸ਼ਾ ਸਾਫ਼ ਰੱਖਣਾ, ਜਿਹਦੇ ਵਿੱਚ ਕੰਜ਼ਪਸ਼ਨ ਆਫ ਕਲੀਨ ਵਾਟਰ, ਆਪਾਂ ਆਪ ਵੀ ਸਾਫ਼ ਪਾਣੀ ਪੀਵਾਂਗੇ ਔਰ ਆਪਣੇ ਆਸੇ ਪਾਸੇ ਵੀ ਪਾਣੀ ਨੂੰ ਸਾਫ਼ ਰੱਖਾਂਗੇ। ਕੰਜ਼ਪਸ਼ਨ ਆਫ clean food, good vegetables and fruits. Clean the body by taking bath daily. हर रोज़ नहाना है। Public hygiene involves cleaning and disinfection of water reservoirs. ਜਿਹੜੇ public tanks ਨੇ ਉਹਨਾਂ ਨੂੰ clean ਕਰਨਾ। Proper disposal of the waste and excreta. ਚਾਹੇ ਉਹ ਆਪਣਾ ਹਿਊਮਨ ਵੇਸਟ ਹੈ, ਚਾਹੇ ਆਪਣਾ ਸੋਲਿਡ ਵੇਸਟ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਵੇਸਟ ਹੈਗਾ ਹੈ ਉਹਦੀ ਪ੍ਰੋਪਰ ਡਿਸਪੋਜ਼ਲ ਕਰ ਦੇਣਾ, ਤਾਂ ਕਿ ਉਹ ਵੇਸਟ ਦੇ ਉੱਪਰ ਕੋਈ ਹੋਰ ਮਾਈਕਰੋ ਆਰਗੈਨਿਜ਼ਮ ਨਾ ਪਨਪ ਸਕਣ ਔਰ ਆਪਾਂ ਨੂੰ ਡਿਜ਼ੀਜ਼ਸ ਕੌਜ਼ ਨਾ ਕਰ ਸਕਣ। ਨੈਕਸਟ, ਦ ਡਿਜ਼ੀਜ਼ਸ ਵਿਚ ਇਨਵੋਲਵਡ ਅ ਵੈਕਟਰ ਫॉर ਇਟਸ ਟਰਾਂਸਮਿਸ਼ਨ ਲਾਈਕ ਮਲੇਰੀਆ, ਡੇਂਗੀ, ਚਿਕਨਗੁਨੀਆ ਐਟਸੈਟਰਾ। ਜਿਵੇਂ ਇਹ ਬਿਮਾਰੀਆਂ ਆਪਾਂ ਨੂੰ ਪਤਾ ਹੈ ਕਿ ਮੱਛਰ ਦੇ ਨਾਲ ਫੈਲਦੀਆਂ ਨੇ। ਇਹਦਾ ਮਤਲਬ ਕਿ ਅਗਰ ਆਪਾਂ ਮੱਛਰਾਂ ਨੂੰ ਆਪਣੇ ਆਸ-ਪਾਸ ਗਰੋ ਹੀ ਨਹੀਂ ਹੋਣ ਦੇਵਾਂਗੇ ਤਾਂ ਆਪਾਂ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। The vector should not be propagated in the areas by spraying pumps. ਜਿਹੜੇ ਏਰੀਆ 'ਤੇ ਆਪਾਂ ਨੂੰ ਲੱਗਦਾ ਕਿ ਮੱਛਰ ਹੋ ਸਕਦੇ ਨੇ ਉੱਥੇ ਪੀਰੀਓਡਿਕਲੀ ਸਪਰੇ ਕਰਨਾ, ਕਿਤੇ ਵੀ ਪਾਣੀ ਖੜਾ ਨਾ ਹੋਣ ਦੇਣਾ। ਔਰ ਗੈਂਬਿਊਸੀਆ ਫਿਸ਼, ਅਗਰ ਕਿਤੇ ਪਾਣੀ ਖੜਾ ਵੀ ਆਪਾਂ ਨੂੰ ਲੱਗਦਾ ਕਿ ਉੱਥੇ ਪਾਣੀ ਖੜਾ ਹੋ ਸਕਦਾ ਹੈ, ਕੋਈ ਛੱਪੜ ਹੈ, ਕੁਝ ਵੀ ਹੈ, ਤਾਂ ਉਸ ਜਗ੍ਹਾ ਦੇ ਉੱਪਰ ਆਪਾਂ ਗੈਂਬਿਊਸੀਆ ਫਿਸ਼ ਨੂੰ ਇੰਡਿਊਸ ਕਰ ਸਕਦੇ ਹਾਂ, ਜਿਹੜੀ ਕਿ ਮੋਸਕੀਟੋ ਲਾਰਵੀ ਦੇ ਉੱਪਰ ਫੀਡ ਕਰਦੀ ਹੈ। मतलब ਇਹਦੀ ਜੋ ਡਾਈਟ ਹੈ ਗੈਂਬਿਊਸੀਆ ਫਿਸ਼ ਦੀ ਉਹ ਮੋਸਕੀਟੋ ਲਾਰਵੀ ਹੈ, ਔਰ ਅਗਰ ਮੋਸਕੀਟੋ ਦੇ ਲਾਰਵੀ ਹੀ ਨਹੀਂ ਬਚਣਗੇ ਤਾਂ ਮੋਸਕੀਟੋ बढ़ਣਗੇ ਹੀ ਨਹੀਂ, ਤਾਂ ਇਹਦਾ ਮਤਲਬ ਕਿ ਮੋਸਕੀਟੋਜ਼ ਦੇ ਉੱਪਰ ਕੰਟਰੋਲ ਪਾਇਆ ਜਾ ਸਕਦਾ ਹੈ। ਹਾਂਜੀ, ਥਰਡ ਨੰਬਰ 'ਤੇ ਆਪਣੇ ਕੋਲ ਹੈ ਪ੍ਰੋਪਰ ਨੌਲੇਜ ਆਫ ਵੈਕਸੀਨੇਸ਼ਨ ਐਂਡ ਅਦਰ ਡਰੱਗਸ ਵਿਚ ਆਰ ਹੈਲਪਫੁਲ ਟੂ ਪ੍ਰੀਵੈਂਟ ਡਿਜ਼ੀਜ਼ਸ। ਹਾਂਜੀ, ਆਪਾਂ ਨੂੰ ਪ੍ਰੋਪਰ ਨੌਲੇਜ ਹੋਣੀ ਚਾਹੀਦੀ। ਕੋਈ ਵੀ ਆਪਾਂ ਨੂੰ ਬਿਮਾਰੀ ਹੈ, ਆਪਾਂ ਉਸ ਦੀ ਦਵਾਈ ਲੈ ਰਹੇ ਹਾਂ, ਮਤਲਬ ਡਰੱਗ ਲੈ ਰਹੇ ਹਾਂ, ਡਰੱਗ ਮੀਨਸ ਮੈਡੀਸਿਨ, ਦਵਾਈ ਲੈ ਰਹੇ ਹਾਂ, ਤਾਂ ਆਪਾਂ ਨੂੰ ਉਹਨੂੰ ਚੈੱਕ ਕਰਕੇ ਹਮੇਸ਼ਾ ਇੱਕ ਵੈਲ ਕੁਆਲੀਫਾਈਡ ਡਾਕਟਰ ਤੋਂ ਹੀ ਲੈਣੀ ਚਾਹੀਦੀ ਹੈ। ਔਰ ਆਪਾਂ ਅਗਰ ਵੈਕਸੀਨੇਸ਼ਨ ਕਰਾ ਰਹੇ ਹਾਂ ਕਿਸੇ ਚੀਜ਼ ਦੀ ਤਾਂ ਉਹਦੀ ਵੀ ਆਪਾਂ ਨੂੰ ਪ੍ਰੋਪਰ ਨੌਲੇਜ ਹੋਣੀ ਚਾਹੀਦੀ ਹੈ, ਰਾਈਟ। ਜਿਵੇਂ ਬਹੁਤ ਸਾਰੀਆਂ ਵੈਕਸੀਨੇਸ਼ਨਸ ਆਪਾਂ ਛੋਟੇ ਹੁੰਦੇ ਬਚਪਨ 'ਚ ਕਰਵਾਉਂਦੇ ਹਾਂ, ਟਾਈਫਾਈਡ ਦੀ ਕਰਾਉਂਦੇ ਹਾਂ, BCG ਕਰਾਉਂਦੇ ਹਾਂ, MMR ਦੀ ਕਰਵਾਉਂਦੇ ਹਾਂ। ਹੁਣ ਤਾਂ ਪੋਲੀਓ ਵੈਕਸੀਨੇਸ਼ਨ ਹੈ, ਪੋਲੀਓ ਡ੍ਰੌਪਸ ਵੀ ਅਵੇਲੇਬਲ ਨੇ। ਹੁਣ ਆਉਣ ਵਾਲੇ ਟਾਈਮ ਦੇ ਵਿੱਚ COVID-19 ਦੀ ਵੈਕਸੀਨੇਸ਼ਨ ਵੀ ਮੇ ਵੀ ਤਿਆਰ ਹੋ ਜਾਏਗੀ ਬਹੁਤ ਜਲਦ। ਇਹ ਸਾਰੀਆਂ ਵੈਕਸੀਨੇਸ਼ਨਸ ਦੀ ਆਪਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ, ਸੋ ਡੈਟ ਕਿ ਆਪਾਂ ਇਹਨੂੰ ਮਿਸਲੀਡ ਨਾ ਕਰੀਏ ਨੌਲੇਜ ਨੂੰ, ਮਤਲਬ ਕਿਸੇ ਤੱਕ ਕੋਈ ਗਲਤ ਇਨਫੋਰਮੇਸ਼ਨ ਨਾ ਪਹੁੰਚੇ ਔਰ ਆਪਾਂ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕੀਏ, ਰਾਈਟ। ਸੋ ਕਮ ਟੂ ਆਰ ਫਸਟ ਡਿਜ਼ੀਜ਼ ਆਫ ਦਿਸ ਚੈਪਟਰ, ਡੈਟ ਇਜ਼ ਟਾਈਫਾਇਡ। ਤੁਸੀਂ ਸਾਰਿਆਂ ਨੇ ਟਾਈਫਾਇਡ ਬਾਰੇ ਸੁਣਿਆ ਹੀ ਹੋਣਾ, ਮੇ ਬੀ ਕਦੇ ਕਿਸੇ ਨੂੰ ਇਹ ਵਾਲੀ ਪ੍ਰੋਬਲਮ ਆਈ ਵੀ ਹੋਵੇ। ਟਾਈਫਾਇਡ ਡਿਜ਼ੀਜ਼ ਦਾ ਨਾਮ ਹੈ। ਇਹਦਾ ਪੋਜ਼ੀਟਿਵ ਆਰਗੈਨਿਜ਼ਮ ਜੋ ਇਸ ਬਿਮਾਰੀ ਨੂੰ ਪੈਦਾ ਕਰਦਾ ਹੈ ਉਹਦਾ ਨਾਮ ਹੈ ਸੈਲਮੋਨੇਲਾ ਟਾਈਫਾਈ। ਇਟ ਇਜ਼ ਦ ਸਾਇੰਟੀਫਿਕ ਨੇਮ ਆਫ ਦ ਬੈਕਟੀਰੀਆ, ਸੋ ਇਟ ਇਜ਼ ਰਿਟਨ ਇਨ ਇਟੈਲਿਕਸ। ਸਿੰਪਟਮਸ ਇਹਦੇ ਸਸਟੇਨਡ ਹਾਈ ਫੀਵਰ, ਜਦੋਂ ਕਿਸੇ ਨੂੰ ਟਾਈਫਾਇਡ ਹੁੰਦਾ ਹੈ ਤਾਂ ਉਹਦੀ ਬੋਡੀ ਟੈਂਪਰੇਚਰ 39 to 40 ਡਿਗਰੀ ਸੈਲਸੀਅਸ ਰਹਿੰਦਾ ਹੈ, ਇਸ ਤੋਂ ਜ਼ਿਆਦਾ ਉੱਪਰ ਵੀ ਹੋ ਸਕਦਾ ਇਨ ਰੇਅਰ ਕੇਸਿਸ। ਬੋਡੀ ਦੇ ਵਿੱਚ ਵੀਕਨੈਸ ਹੋ ਜਾਂਦੀ ਹੈ ਬਹੁਤ ਜ਼ਿਆਦਾ, ਕਿਉਂਕਿ ਬੈਕਟੀਰੀਆ ਨੇ ਬੋਡੀ ਨੂੰ ਇਨਵੇਡ ਕਰ ਲਿਆ। ਸਟਮਕ ਪੇਨ ਹੁੰਦੀ ਹੈ, ਕੌਂਸਟੀਪੇਸ਼ਨ, ਕਬਜ਼ ਰਹਿਣ ਲੱਗ ਜਾਂਦੀ ਹੈ, ਸਰ ਦਰਦ ਹੁੰਦਾ ਹੈ ਐਂਡ ਲੋਸ ਆਫ ਐਪੀਟਾਈਟ, ਭੁੱਖ ਲੱਗਣੀ ਬੰਦ ਹੋ ਜਾਂਦੀ ਹੈ। ਮੋਡ ਆਫ ਟਰਾਂਸਮਿਸ਼ਨ, ਇਹ ਬਿਮਾਰੀ ਫੈਲਦੀ ਕਿਵੇਂ ਹੈ? ਕੰਟੈਮੀਨੇਟਿਡ ਵਾਟਰ ਐਂਡ ਫੂਡ, ਅਗਰ ਆਪਾਂ ਕਿਤੋਂ ਗੰਦਾ ਖਾਣਾ ਜਾਂ ਗੰਦਾ ਪਾਣੀ ਪੀਂਦੇ ਹਾਂ ਤਾਂ ਆਪਣੇ ਅੰਦਰ ਇਹ ਬੈਕਟੀਰੀਆ ਚਲੇ ਜਾਂਦਾ ਹੈ ਔਰ ਆਪਾਂ ਨੂੰ ਬਿਮਾਰ ਕਰ ਦਿੰਦਾ ਹੈ, ਰਾਈਟ। ਇਨਕਿਊਬੇਸ਼ਨ ਪੀਰੀਅਡ 1 ਵੀਕ, ਇੱਕ ਹਫ਼ਤੇ ਦੇ ਅੰਦਰ ਅੰਦਰ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਆਪਣੀ ਬੋਡੀ ਦੇ ਵਿੱਚ ਇਹ ਬੈਕਟੀਰੀਆ ਹੈਗਾ ਹੈ, ਆਪਾਂ ਨੂੰ ਟਾਈਫਾਇਡ ਕਰ ਰਿਹਾ ਜਾਂ ਨਹੀਂ ਕਰ ਰਿਹਾ। ਵਿਚ ਕੈਨ ਬੀ ਡਾਇਗਨੋਸਡ ਬਾਈ ਇਟਸ ਟੈਸਟ ਨੋਨ ਐਜ਼ ਵਾਈਡਲ ਟੈਸਟ। ਇਹ ਲੈਬ ਦੇ ਵਿੱਚ ਟੈਸਟ ਕੀਤਾ ਜਾਂਦਾ ਆਪਣਾ ਟਾਈਫਾਇਡ ਦਾ ਟੈਸਟ, ਜਿਹਨੂੰ ਆਪਾਂ ਵਾਈਡਲ ਟੈਸਟ ਕਹਿੰਦੇ ਹਾਂ। ਇਹਦੇ ਥਰੂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਆਪਣੀ ਬੋਡੀ ਪੋਜ਼ੀਟਿਵ ਹੈ ਟਾਈਫਾਇਡ ਬੈਕਟੀਰੀਆ ਦੇ ਲਈ ਜਾਂ ਨੈਗੇਟਿਵ ਹੈ।
दैन केस स्टडी, एक छोटी जी स्टोरी है एक लेडी दी जिसका नाम है मैरी मैलन, जिन्हों आप टाइफाइड मैरी भी कहने हाँ। वो आयरिश बॉर्न लेडी है, कुक सी, जिन्हें 51 लोगों को इनफैक्टेड किया सीगा। मीनस उस लेडी नूं की सीगा टाइफाइड सी, और वो कुक सीगी, जो भी हत्थ का खाना खांदा सीगा वो नाल दी नाल बीमार हो जाता सीगा। 51 लोग इनफैक्टेड होए सीगे, जिहदे विचों 3 लोगों की मौत भी हो गई सीगी। और जिहड़ी मैरी मैलन सीगी, ये US की फर्स्ट परसन सीगी जिहदी बॉडी दे विच सिम्पटम्स ही नज़र नहीं सी आए। इज दैट क्लीयर? सिम्पटम्स ही नज़र नहीं सी आए। ए सिम्पटोमैटिक कैरीयर ऑफ द डिजीज़। आप उपर ये सिम्पटम्स पढ़े ने भी फीवर हो जाता है, हैडेक होंदा है, वीकनेस होंदी है, बट इस लेडी दे विच किसी भी तरह के कोई सिम्पटम नहीं सीगा। फिर भी इनू टाइफाइड सी और यह इन्फैक्शन होर लोगों को कॉज करती सीगी। राइट, इनू मतलब 2 बारी धक्के नाल अथॉरिटीज़ ने आइसोलेट भी किया सीगा, क्योंकि उन्होंने पता लग गया भी ये लेडी तो टाइफाइड हो रहा है। ये जानबूझ के तो नहीं कर रही सीगी, बट जो भी हद का खाना खाता सीगा वो बीमार हो जाता सीगा। इस करके अथॉरिटीज़ ने इस लेडी को 2 बार आइसोलेट किया और फिर आइसोलेशन दे विच ही ये तकरीबन 30 सालों तो बाद यदी डैथ हो गई सी ड्यू टू टाइफाइड। शी वॉज टाइफाइड मैरी एंड दिस इज़ द पिक्चर ऑफ द सैल्मोनेला टाइफाई। ये वो बैक्टीरिया है जिहड़ा टाइफाइड कॉज करता है। नेक्स्ट इज निमोनिया। हेयर द कॉजेटिव ऑर्गेनिज्म इज स्ट्रेप्टोकोकस निमोनियाई और हीमोफिलस इन्फ्लुएंजी। ये दोनों ही बैक्टीरिया ने जिहड़े निमोनिया कॉज कर सकते हैं। सिम्पटम्स क्या रहे निमोनिया दे? फीवर विद चिल्स, हल्की जी कंबनी दे नाल बुखार चढ़ता है, खांसी होंदी है, सर दर्द होंदा है, और जिहड़े अपने लंग्स दे एल्वोलाई ने, बैलून लाइक स्ट्रक्चर्स ने अपने लंग्स दे विच, उन्हां विच एक फ्लूइड भर जाता है जिस नाल साह लैण दे विच दिक्कत आती है, क्योंकि उत्थे एक्सचेंज ऑफ गैसिस नहीं हो पाता। अगर केस बहुत ज़्यादा सवीयर हो जाता है तो लिप्स ते फिंगर्स ग्रे तो ब्लू कलर दियां हो जांदियां ने। मोड ऑफ ट्रांसमिशन एरोजोल ड्रॉपलेट्स रिलीज्ड बाय द इन्फैक्टेड परसन। अगर अपने आसे पासे किसी परसन नूं निमोनिया हैगा है और वो उत्थे छिकूगा या खांसूगा तो दूसरे हैल्दी परसन नूं भी हो सकता है, या फिर अगर आप उहदे ग्लास या बर्तन यूज़ करते इन्फैक्टेड परसन दे तां भी ये प्रॉब्लम ट्रांसमिट हो सकती है। इनक्यूबेशन पीरीयड 1 to 4 वीक्स, 1 तो लैके 4 हफ्तियां दे विच आपां नूं उहदा टैसट पॉजिटिव आंदा है। डायग्नोस्टिक टैसट ये वास्ते स्पूटम टैसट मतलब थुक तो टैसट किया जाता है, एंड चैसट एक्सरे या अपने छाती के एक्सरे किए जाते हैं, जितों आपको पता लगता है कि टैसट पॉजिटिव है, निमोनिया है या नहीं है। सो दिस लैफ्ट हैंड साइड द ब्लू पिक्चर इज ऑफ स्ट्रेप्टोकोकस एंड द ग्रीन पिक्चर शोज द हीमोफिलस इन्फ्लुएंजी। यस, कॉमन कोल्ड, थर्ड वन। कॉजेटिव ऑर्गेनिज्म ग्रुप ऑफ राइनो वायरसिस। ये तो बहुत ही कॉमन जी प्रॉब्लम है। हर एक सीजन जो भी मौसम चेंज होता है तकरीबन बच्चे तो लैके बूढ़े तक ये प्रॉब्लम आप फेस करते ही करते हैं। यू नो वेरी वेल अबाउट इट। हाँ जी, कॉजेटिव ऑर्गेनिज्म है ग्रुप ऑफ राइनो वायरसिस। सिम्पटम्स क्या ने दे? द इन्फेक्शन गोज ओनली अप टू नोज एंड रेस्पिरेटरी पैसेज। जिहड़ी ये वायरस है वो अपने नक दे विच ते नक तो अगे अपने ट्रैकिया ब्रोंकाए ब्रोंक्यूल्स सिर्फ उत्थे तक ही यदि इन्फेक्शन रह जाती है, एल्वोलाई तक नहीं पहुँचती। राइट, जिहदे करके अपना नेज़ल पैसेज कंजैसट हो जाता है, बंद हो जाता है, गला पक जाता है, आवाज़ भारी हो जाती है, हॉटसनैस आ जाती है, खांसी होंदी है, सरदर्द से टायर्डनैस, तो आप थके थके जो महसूस करते हैं। इनक्यूबेशन पीरीयड 3 to 7 दिन ना होंदा है और उस तो बाद इन्फेक्शन अपने आप ठीक हो जाती है। मोड ऑफ ट्रांसमिशन ट्रांसमिटेड ऑब्जैक्ट्स लाइक पैन बुक्स। अगर किसी को इन्फेक्शन हैगी है और उन्हें किसी चीज़ को छू लिया, मतलब पैन नूं, बुक नूं, कप नूं, दरवाजे नूं, दरवाजे के हैंडल नूं, कंप्यूटर कीबोर्ड, माउस,
और ਉਹਦੀ ਖਾਂਸੀ ਨਾਲ ਜਾਂ ਛਿੱਕ ਨਾਲ ਆਪਾਂ ਨੂੰ ਇਹ ਪ੍ਰੋਬਲਮ ਅੱਗੇ ਆ ਸਕਦੀ ਹੈ। ਸੋ ਦਿਸ ਇਜ਼ the group of rhinoviruses. You can these are the rhinoviruses. ਇਹਦੇ ਲਈ ਡਾਇਗਨੋਸਟਿਕਸ ਟੈਸਟ ਆਪਾਂ ਕਿਹੜਾ ਕਰਦੇ ਹਾਂ? ਪਹਿਲੀ ਗੱਲ ਤਾਂ ਆਪਾਂ ਨੂੰ ਸਿੰਪਟਮਸ ਤੋਂ ਖੁਦ ਹੀ ਪਤਾ ਲੱਗ ਜਾਂਦਾ ਕਿ ਆਪਾਂ ਨੂੰ ਕਾਮਨ ਕੋਲਡ ਹੋ ਗਿਆ, ਜਾਂ ਫਿਰ ਅਗਰ ਇਨਫੈਕਸ਼ਨ ਜ਼ਿਆਦਾ ਅੱਗੇ ਵੱਧ ਜਾਂਦੀ ਹੈ, ਸਵੀਅਰ ਹੋ ਜਾਂਦੀ ਹੈ, ਫਿਰ ਥਰੋਟ ਦੇ ਵਿੱਚੋਂ ਸੈਂਪਲ ਲੈ ਕੇ ਉਹਨੂੰ ਕਲਚਰ ਕੀਤਾ ਜਾਂਦਾ ਲੈਬ ਦੇ ਵਿੱਚ, ਔਰ ਫਿਰ ਇਸ ਦਾ ਇਲਾਜ ਕਰਵਾਇਆ ਜਾਂਦਾ। Next is amoebiasis, और ਉਹਨੂੰ ਆਪਾਂ ਅਮੀਬਾ ਡਾਇਸੈਂਟਰੀ ਵੀ ਕਹਿੰਦੇ ਹਾਂ। Causative organism is Entamoeba histolytica. It is a protozoan. ਅਮੀਬਾ ਇੱਕ ਪ੍ਰੋਟੋਜ਼ੋਨ ਹੈ, ਪ੍ਰੋਟਿਸਟ ਹੈ। ਸਿੰਪਟਮਸ ਇਹਦੇ ਕੌਨਸਟੀਪੇਸ਼ਨ, ਕਬਜ਼ ਹੋ ਜਾਂਦੀ ਹੈ, ਪੇਟ ਵਿੱਚ ਦਰਦ ਹੁੰਦੀ ਹੈ, ਕ੍ਰੈਂਪਸ ਹੋ ਜਾਂਦੇ ਨੇ, ਪੇਟ ਵਿੱਚ ਸੋਜਿਸ਼ ਆ ਜਾਂਦੀ ਹੈ। ਸਟੂਲਸ ਵਿਦ ਐਕਸੈਸ ਮਿਊਕਸ ਸਮਟਾਈਮ, ਜਿਹੜੀਆਂ ਮਤਲਬ ਮੋਸ਼ਨਸ ਹੋਣਗੀਆਂ ਉਹਦੇ ਵਿੱਚ ਕਈ ਵਾਰੀ ਬਹੁਤ ਜ਼ਿਆਦਾ ਬਲਗਮ, ਅਤੇ ਉਹ ਤੋਂ ਬਾਅਦ ਕਈ ਵਾਰੀ ਬਲੱਡ ਕਲੌਟਸ ਵੀ ਨਾਲ ਨਿਕਲਦੇ ਨੇ। ਅਗਰ ਜ਼ਿਆਦਾ ਸਵੀਅਰ ਅਮੀਬੋਇਸਿਸ ਹੈ ਤਾਂ ਨਾਲ ਬਲੱਡ ਵੀ ਨਿਕਲੇਗਾ ਮੋਸ਼ਨਸ ਦੇ ਨਾਲ। ਮੋਡ ਆਫ ਟਰਾਂਸਮਿਸ਼ਨ, ਹਾਊਸ ਫਲਾਈ ਐਕਟ ਐਜ਼ ਅ ਮਕੈਨੀਕਲ ਕੈਰੀਅਰ। ਇਹਦੇ ਵਿੱਚ ਜਿਹੜੀ ਮੱਖੀ ਹੈ ਉਹ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ, ਕਿਉਂਕਿ ਜਿਹੜੀ ਮੱਖੀ ਹੈ ਉਹ ਹਮੇਸ਼ਾ ਹਰ ਜਗ੍ਹਾ ਦੇ ਉੱਪਰ, ਸਰਫੇਸ ਦੇ ਉੱਪਰ ਬਹਿੰਦੀ ਹੈ, ਚਾਹੇ ਉਹ ਸਾਫ਼ ਹੈ ਚਾਹੇ ਉਹ ਗੰਦੀ ਜਗ੍ਹਾ ਹੈ। ਮੇਨਲੀ ਜਦੋਂ ਉਹ ਗੰਦੀ ਜਗ੍ਹਾ ਤੋਂ ਬਹਿ ਕੇ ਕਿਸੇ ਸਾਫ਼ ਜਗ੍ਹਾ ਦੇ ਉੱਪਰ ਆਏਗੀ ਤਾਂ ਉਹਦੇ ਨਾਲ ਲੱਖਾਂ ਹੀ ਮਾਈਕਰੋ ਆਰਗੈਨਿਜ਼ਮਸ ਆਉਣਗੇ ਔਰ ਉਹ ਇਸ ਬਿਮਾਰੀ ਨੂੰ ਕੌਜ਼ ਕਰ ਸਕਦੇ ਨੇ, ਮਤਲਬ ਇਹਦੇ ਪੈਰਾਸਾਈਟ ਨੂੰ ਕਿਸੇ ਹੋਸਟ ਦੇ ਵਿੱਚ ਛੱਡ ਸਕਦੇ ਨੇ। ਇਨਕਿਊਬੇਸ਼ਨ ਪੀਰੀਅਡ 2 to 4 ਵੀਕਸ, 2 ਤੋਂ ਲੈ ਕੇ 4 ਹਫ਼ਤੇ ਲੱਗ ਜਾਂਦੇ ਨੇ। ਡਾਇਗਨੋਸਟਿਕ ਟੈਸਟ, ਸਟੂਲ ਟੈਸਟ। ਸੋ ਦਿਸ ਇਜ਼ the picture of the intestine, large intestine, where this Entamoeba histolytica, the orange colored जो तुम दिख रहा है वो रहता है। Ascarisis, causative organism ascaris एक worm है, कई ਇਹਨੂੰ worm भी ਕਹਿ ਦਿੰਦੇ ਨੇ, but it is worm, WORM, worm ਜਿਹਨੂੰ ਆਪਾਂ ਕੀੜੇ ਕਹਿੰਦੇ ਹਾਂ। Symptoms are internal bleeding, ਅੰਦਰੋਂ ਦੀ ਵੈਸਲਸ ਦਾ ਟੁੱਟ ਜਾਣਾ ਅਤੇ ਅੰਦਰੋਂ ਹੀ ਖੂਨ ਗਿਰ ਜਾਣਾ। ਮਸਕੂਲਰ ਪੇਨ, ਫੀਵਰ, ਐਨੀਮੀਆ, ਖੂਨ ਦੀ ਕਮੀ ਹੋ ਜਾਣਾ। ਬਲੋਕੇਜ ਆਫ ਦ ਇੰਟੈਸਟੀਨਲ ਪੈਸੇਜ। ਮੋਡ ਆਫ ਟਰਾਂਸਮਿਸ਼ਨ ਥਰੂ ਕੰਟੈਮੀਨੇਟਿਡ ਵਾਟਰ, ਵੈਜੀਟੇਬਲਸ ਐਂਡ ਫਰੂਟਸ। ਹਾਂਜੀ, ਜਦੋਂ ਆਪਾਂ ਸਬਜ਼ੀਆਂ ਨੂੰ ਧੋ ਕੇ ਨਹੀਂ ਖਾਂਦੇ, ਵੈਜੀਟੇਬਲਸ ਨੂੰ ਧੋ ਕੇ ਨਹੀਂ ਬਣਾਉਂਦੇ, ਕਿਤੋਂ ਵੀ ਗੰਦਾ ਪਾਣੀ ਪੀ ਲੈਂਦੇ ਹਾਂ, ਤਾਂ ਇਸ ਵਰਮ ਦੇ ਜਿਹੜੇ ਐਗਸ ਹੁੰਦੇ ਨੇ ਉਹ ਆਪਣੇ ਅੰਦਰ ਜਾ ਸਕਦੇ ਨੇ। ਤਾਂ ਹੀ ਆਪਾਂ ਬਾਰ-ਬਾਰ ਕਹਿੰਦੇ ਹਾਂ, ਟੀ ਵੀ 'ਚ ਵੀ ਦਿਖਾਇਆ ਜਾਂਦਾ ਕਿ ਬੜੇ ਵੀ ਆਪਾਂ ਨੂੰ ਘਰੇ ਕਹਿੰਦੇ ਨੇ ਕਿ ਸਬਜ਼ੀ ਨੂੰ, ਫਰੂਟ ਨੂੰ ਬਹੁਤ ਵਾਰ ਧੋ ਅਤੇ ਫਿਰ ਖਾਓ, ਕਿਉਂਕਿ ਉਹਨਾਂ ਉੱਪਰ ਕਿਆ ਲੱਗੇ ਹੁੰਦੇ ਨੇ, ਇਹਨਾਂ ਵਰਮਸ ਦੇ ਅੰਡੇ ਲੱਗੇ ਹੁੰਦੇ ਨੇ, ਜਿਹੜੇ ਕੰਟੈਮੀਨੇਟਿਡ ਵਾਟਰ, ਸੋਇਲ ਅਤੇ ਪਲਾਂਟਸ ਵਿੱਚੋਂ ਆ ਜਾਂਦੇ ਨੇ। ਠੀਕ ਹੈ, ਔਰ ਆਪਣੇ ਅੰਦਰ ਜਦੋਂ ਉਹ ਐਗਸ ਚਲੇ ਜਾਣਗੇ ਤਾਂ ਆਪਣੇ ਇੰਟੈਸਟਾਈਨ 'ਚ ਜਾ ਕੇ ਉਹਨਾਂ ਨੂੰ ਬੜੇ ਹੋਣ ਦਾ ਮੌਕਾ ਮਿਲ ਜੂਗਾ, ਕਿਉਂਕਿ ਇੰਟੈਸਟਾਈਨ ਦੇ ਵਿੱਚੋਂ ਉਹਨਾਂ ਨੂੰ ਡਾਈਜੈਸਟਿਡ ਫੂਡ ਮਿਲ ਜਾਂਦਾ ਹੈ। ਰਾਈਟ, ਇਨਕਿਊਬੇਸ਼ਨ ਪੀਰੀਅਡ ਇਹਨਾਂ ਦਾ ਅਪਰੋਕਸੀਮੇਟਲੀ 8 ਵੀਕਸ। ਡਾਇਗਨੋਸਟਿਕਸ ਟੈਸਟ, ਅਗੇਨ ਸਟੂਲ ਟੈਸਟ ਹੈ। ਜਿਵੇਂ ਛੋਟੇ ਬੱਚਿਆਂ ਨੂੰ ਤੁਸੀਂ ਆਮ ਤੌਰ 'ਤੇ ਦੇਖਿਆ ਹੋਊਗਾ ਵੀ ਛੋਟੇ ਬੱਚੇ ਨੂੰ ਭੁੱਖ ਨਹੀਂ ਲੱਗਦੀ ਹੈਗੀ ਅਤੇ ਜਾਂ ਬਹੁਤ ਜ਼ਿਆਦਾ ਭੁੱਖ ਲੱਗਦੀ ਹੈ, ਆਪਾਂ ਕਹਿੰਦੇ ਹਾਂ ਕਿ ਪੇਟ 'ਚ ਕੀੜੇ ਨੇ, ਬੱਚੇ ਦੇ ਪੇਟ 'ਚ ਕੀੜੇ ਨੇ, ਤਾਂ ਉਹਦੀ ਆਪਾਂ ਸਟੂਲ ਟੈਸਟ ਕਰਵਾਉਂਦੇ ਹਾਂ ਔਰ ਉਸਦੇ ਪੇਟ ਦੇ ਵਿੱਚ ਜਿਹੜੇ ਕੀੜੇ ਹੁੰਦੇ ਨੇ, these are the picture of those worms। ਇਹ ਨੇ ਲੰਬੇ ਲੰਬੇ ਕੀੜੇ ਹੁੰਦੇ ਨੇ, ਆਪਣੀ ਇੰਟੈਸਟਾਈਨ 'ਚ ਰਹਿੰਦੇ ਨੇ। ਰਾਈਟ, ਜਿੰਨਾ ਵੀ ਖਾਣਾ ਮਤਲਬ ਬੱਚੇ ਨੇ ਖਾਧਾ ਹੁੰਦਾ ਸਾਰਾ ਇਹੀ ਡਾਈਜੈਸਟ ਕਰ ਜਾਂਦੇ ਨੇ। ਇਸ ਕਰਕੇ ਜੋ ਇਹਦਾ ਹੋਸਟ ਹੋਊਗਾ, ਮਤਲਬ ਜੋ ਬੱਚਾ ਹੈ, ਉਹਨੂੰ ਨਿਊਟ੍ਰੀਸ਼ਨ ਨਹੀਂ ਮਿਲ ਪਾਉਂਦਾ ਔਰ ਉਹ ਬੱਚਾ ਕਮਜ਼ੋਰ ਰਹਿ ਜਾਂਦਾ। ਹਾਂਜੀ, ਨੈਕਸਟ ਇਜ਼ ਫਿਲੇਰੀਆਸਿਸ। ਫਿਲੇਰੀਆਸਿਸ ਨੂੰ ਆਪਾਂ ਐਲੀਫੈਂਟਸਿਸ ਵੀ ਕਹਿੰਦੇ ਹਾਂ। ਐਲੀਫੈਂਟ ਤੋਂ ਇਹਦਾ ਨਾਮ ਪਿਆ, ਐਲੀਫੈਂਟਸਿਸ ਮੀਨਸ ਹਾਥੀ ਵਰਗਾ। ਕੌਜ਼ਟਿਵ ਆਰਗੈਨਿਜ਼ਮ ਵਿਊਚੇਰੇਰੀਆ ਮਲਾਈ ਐਂਡ ਵਿਊਚੇਰੇਰੀਆ ਬੈਂਕਰੋਫਟਾਈ। ਇਹ ਦੋ ਸਪੀਸੀਜ਼ ਨੇ ਅਲੱਗ-ਅਲੱਗ। ਵਿਊਚੇਰੇਰੀਆ ਵਰਮ ਦਾ ਨਾਮ ਹੈ ਅਤੇ ਮਲਾਈ ਅਤੇ ਬੈਂਕਰੋਫਟਾਈ ਉਹਦੀਆਂ ਦੋ ਅਲੱਗ-ਅਲੱਗ ਸਪੀਸੀਜ਼ ਨੇ।
ਸਿੰਪਟਮਸ ਇਹਦੇ ਵਿੱਚ chronic inflammation of the organs in which the worm live। chronic means ਲੰਬੇ ਟਾਈਮ ਲਈ organs ਦੇ ਵਿੱਚ ਸੋਜਿਸ਼ ਦਾ ਆ ਜਾਣਾ। lymphatic vessels ਤੇ lower limbs ਦੇ ਵਿੱਚ ਸੋਜਿਸ਼ ਦਾ ਆ ਜਾਣਾ। ਨਾਲ ਦੀ ਨਾਲ genital organs ਦਾ ਵੀ ਇਫੈਕਟ ਹੋ ਜਾਣਾ, ਮਤਲਬ ਨੋਨ ਫੰਕਸ਼ਨਲ ਹੋ ਜਾਣਾ। ਮੋਡ ਆਫ ਟਰਾਂਸਮਿਸ਼ਨ ਥਰੂ ਕਿਊਲੈਕਸ ਮਸਕੀਟੋ, ਮੱਛਰ ਹੈ ਕਿਊਲੈਕਸ, ਉਹਦੇ ਤੋਂ ਇਹ ਵਾਲੀ ਬਿਮਾਰੀ ਹੁੰਦੀ ਹੈ। ਇਨਕਿਊਬੇਸ਼ਨ ਪੀਰੀਅਡ 4 weeks to 8 to 12 months, ਮਤਲਬ 4 weeks 1 ਮਹੀਨਾ, 1 ਮਹੀਨੇ ਤੋਂ ਲੈ ਕੇ 8 ਤੋਂ 12 ਮਹੀਨੇ ਵੀ ਕਈ ਵਾਰੀ ਲੱਗ ਜਾਂਦੇ ਨੇ। ਡਾਇਗਨੋਸਟਿਕ ਟੈਸਟ ਮਾਈਕਰੋਸਕੋਪਿਕ ਐਗਜ਼ਾਮੀਨੇਸ਼ਨ ਆਫ ਬਲੱਡ ਸਮੀਅਰ, ਬਲੱਡ ਦਾ ਸੈਂਪਲ ਲੈ ਕੇ ਉਹਦੀ ਮਾਈਕਰੋਸਕੋਪਿਕ ਸਟੱਡੀ ਕੀਤੀ ਜਾਂਦੀ ਹੈ ਸੋ ਡੈਟ ਟੂ ਕਨਫਰਮ ਦ presence of the worm in the organism। so this is the filaria worm, और ਜਿਹਨੂੰ ਆਪਾਂ scientifically Wuchereria ਵੀ ਕਹਿੰਦੇ ਆ। then ringworms, ringworms ਹੁੰਦੀਆਂ ਦਾਦ। causative organism ਫੰਗਲ ਨੇ ਤਿੰਨੋਂ, फंगल इन्फेक्शन है ये। माइक्रोस्पोरम, ट्राइकोफाइटोन एंड एपिडर्मोफाइटोन। सिम्पटम्स अपीयरेंस ऑफ द स्केली एंड ड्राई लैशंस ऑन स्किन, जी स्किन है उहदे उपर पैचिस पै जाना। नेल्स एंड स्कैल्प विच लीड्स टू इंटेंस ईचिंग, नोहां दे उपर या सिर दे उपर स्केली स्किन का उतर जाना, ਜਿਹਦੇ ਨਾਲ ਬਹੁਤ ਜ਼ਿਆਦਾ ਖਾਰਿਸ਼ ਹੁੰਦੀ ਹੈ। ਜਦੋਂ ਹੀਟ ਤੇ ਮੋਇਸਚਰ ਹੋਵੇ ਤਾਂ ਇਹ ਫੰਗਸ ਨੂੰ ਗਰੋ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਮਿਲ ਜਾਂਦੀ ਹੈ। ਮਤਲਬ ਮੇਨਲੀ ਬਰਸਾਤ ਦੇ ਮੌਸਮ ਦੇ ਵਿੱਚ ਹੁੰਦਾ ਹੈ ਕਿ ਆਪਾਂ ਨੂੰ ਸਕਿਨ ਪ੍ਰੋਬਲਮਸ ਆਉਂਦੀਆਂ ਨੇ, ਤਾਂ ਉਹਨੂੰ ਆਪਾਂ ਕਿਆ ਕਹਿੰਦੇ ਆ, ਰਿੰਗ ਵਰਮਸ। ਮੋਡ ਆਫ ਟਰਾਂਸਮਿਸ਼ਨ ਫਰੋਮ ਸੋਇਲ ਬਾਈ ਯੂਜ਼ਿੰਗ ਦ ਵੈਟ ਟਾਵਲਸ ਔਰ ਇਨਫੈਕਟਿਡ ਟਾਵਲਸ, ਕਲੋਥਸ ਔਰ ਕੋਮਸ। ਖਾਸ ਕਰ ਬਰਸਾਤ ਦੇ ਮੌਸਮ ਦੇ ਵਿੱਚ ਗਿੱਲਾ ਟਾਵਲ ਯੂਜ਼ ਕਰਨ ਦੇ ਨਾਲ, ਜਾਂ ਫਿਰ ਕਿਸੇ ਹੋਰ ਦਾ ਟਾਵਲ ਯੂਜ਼ ਕਰਨ ਦੇ ਨਾਲ, ਜਾਂ ਫਿਰ ਕਿਸੇ ਹੋਰ ਦਾ ਵਰਤੇ ਹੋਏ ਕੰਘੇ ਦੇ ਨਾਲ ਆਪਣਾ ਸਿਰ ਵਾਹਣ ਦੇ ਨਾਲ ਇਹ ਪ੍ਰੋਬਲਮ ਅੱਗੇ ਵੱਧ ਜਾਂਦੀ ਹੈ। ਹਾਂਜੀ, ਪਰ ਦੂਸਰੇ ਬੰਦੇ ਨੂੰ ਇਨਫੈਕਸ਼ਨ ਪਹਿਲਾਂ ਹੋਣੀ ਚਾਹੀਦੀ ਹੈ ਤਾਂ ਇਹ ਪ੍ਰੋਬਲਮ ਜਾਂ ਇਨਫੈਕਸ਼ਨ ਹੈਲਦੀ ਪਰਸਨ ਨੂੰ ਅੱਗੇ ਹੋ ਸਕਦੀ ਹੈ। ਮੀਨਸ ਆਪਣਾ ਇੰਡੀਵਿਜੂਅਲ ਪ੍ਰਾਈਵੇਟ ਸਮਾਨ ਹੀ ਆਪਾਂ ਨੂੰ ਰੱਖਣਾ ਚਾਹੀਦਾ ਜਦੋਂ ਕੰਡੀਸ਼ਨਸ ਫੇਵਰੇਬਲ ਨਾ ਹੋਣ ਆਪਣੇ ਲਈ। ਡਾਇਗਨੋਸਟਿਕ ਟੈਸਟ ਜਾਂ ਪਹਿਲਾਂ ਇਨਕਿਊਬੇਸ਼ਨ ਪੀਰੀਅਡ ਪੜ੍ਹ ਲੈਂਦੇ ਆਪਾਂ, ਇਹਦਾ ਹੈਗਾ 4 to 14 days। Diagnostic test, the symptoms are usually taken as diagnosis and fungal culture from infected part of the is another option। ਪਹਿਲਾਂ ਤਾਂ ਆਪਾਂ ਇਹਦੇ ਸਿੰਪਟਮਸ ਤੋਂ ਹੀ ਡਾਇਗਨੋਸਿਸ ਕਰ ਲੈਂਦੇ ਹਾਂ ਵੀ ਇਹ ਪ੍ਰੋਬਲਮ ਹੈਗੀ ਹੈ ਜਾਂ ਨਹੀਂ ਹੈਗੀ। ਅਗਰ ਪ੍ਰੋਬਲਮ ਸਵੀਅਰ ਹੈ ਜਾਂ ਨਹੀਂ ਪਤਾ ਚੱਲ ਰਿਹਾ, ਫਿਰ ਜਿਹੜੇ ਪਾਰਟ 'ਤੇ ਇਨਫੈਕਸ਼ਨ ਹੋਈ ਹੁੰਦੀ ਹੈ, ਮੰਨ ਲਓ ਨੋਹ 'ਤੇ ਹੋਈ ਹੈ, ਸਿਰ 'ਤੇ ਹੋਈ ਹੈ, ਆਪਣੀ ਖੋਪੜੀ 'ਚ ਹੋਈ ਹੈ, ਜਾਂ ਫਿਰ ਆਪਣੇ ਕਿਤੇ ਸਕਿਨ ਦੇ ਉੱਪਰ ਕਿਤੇ ਵੀ ਪਾਰਟ ਦੇ ਵਿੱਚ ਹੋਈ ਹੈ, ਉਂਗਲੀਆਂ, ਪੈਰਾਂ ਦੀ ਉਂਗਲੀਆਂ ਦੇ ਵਿਚਕਾਰ, ਹੱਥਾਂ ਦੀ ਉਂਗਲੀਆਂ ਦੇ ਵਿਚਕਾਰ ਕਿਤੇ ਵੀ ਹੋ ਰਹੀ ਹੈ, ਗਰਦਨ 'ਤੇ ਹੋ ਰਹੀ ਹੈ, ਤਾਂ ਉੱਥੋਂ ਆਪਾਂ ਥੋੜ੍ਹਾ ਜਿਹਾ ਸੈਂਪਲ ਲੈ ਕੇ ਉਹਨੂੰ ਕਲਚਰ ਕਰਦੇ ਹਾਂ ਲੈਬ ਦੇ ਵਿੱਚ, ਔਰ ਫਿਰ ਆਪਾਂ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ। ਸੋ ਦਿਸ ਇਜ਼ ਦ ਟ੍ਰਾਈਕੋਫਾਈਟੋਨ। ਤੁਸੀਂ ਟੀ ਵੀ ਵਿੱਚ ਐਡ ਵੀ ਦੇਖੀ ਹੋਊਗੀ, ਰਿੰਗ ਗਾਰਡ ਦੀ ਐਡ ਆਉਂਦੀ ਹੈ, ਰਿੰਗ ਗਾਰਡ। ਤਾਂ ਉਹ ਰਿੰਗ ਗਾਰਡ ਜਿਹੜੀ ਖੁਜਲੀ ਨੂੰ ਮਿਟਾਉਂਦੀ ਹੈ, ਉਹ ਕਿਹੜੀ ਖੁਜਲੀ ਆ, ਉਹ ਰਿੰਗ ਵਰਮਸ ਨੇ, ਜਿਹੜੇ ਕਿ ਆਪਣੀ ਸਕਿਨ ਨੂੰ ਸੀਜ਼ਨਲੀ ਇਨਫੈਕਸ਼ਨ ਕਾਜ਼ ਕਰਦੇ ਨੇ। ਹਾਂਜੀ, ਲਾਸਟ ਆਪਣੇ ਕੋਲ ਇੱਥੇ ਹੈਗੀ ਹੈ ਮਲੇਰੀਆ। ਕੌਜ਼ੇਟਿਵ ਆਰਗੈਨਿਜ਼ਮ ਪਲਾਜ਼ਮੋਡੀਅਮ ਵਾਈਵੈਕਸ, ਪਲਾਜ਼ਮੋਡੀਅਮ ਮਲੇਰੀਆ, ਪਲਾਜ਼ਮੋਡੀਅਮ ਫੈਲਕੀਪੇਰਮ। ਮਤਲਬ ਇਹਦੀਆਂ 3 ਸਪੀਸੀਜ਼ ਨੇ ਔਰ ਤਿੰਨੋਂ ਹੀ ਮਲੇਰੀਆ ਕਾਜ਼ ਕਰਦੀਆਂ ਨੇ। ਜਿਹੜੀ ਇਹਨਾਂ ਤਿੰਨਾਂ ਵਿੱਚੋਂ ਸਭ ਤੋਂ ਜ਼ਿਆਦਾ ਖਤਰਨਾਕ ਸਪੀਸੀਜ਼ ਹੈ ਡੈਟ ਇਜ਼ ਪਲਾਜ਼ਮੋਡੀਅਮ ਫੈਲਕੀਪੇਰਮ। ਇਹ ਬਹੁਤ ਜ਼ਿਆਦਾ ਸੀਰੀਅਸ ਮਲੇਰੀਆ ਕਾਜ਼ ਕਰਦੀ ਹੈ ਔਰ ਕਈ ਵਾਰ ਇਸ ਨਾਲ ਮੌਤ ਵੀ ਹੋ ਜਾਂਦੀ ਹੈ। ਹਾਂਜੀ, ਮਲੇਰੀਆ ਦੇ ਸਿੰਪਟਮਸ ਕਿਆ ਨੇ? ਹਾਈ ਫੀਵਰ ਵਿਦ ਚਿਲਸ, ਠੰਡ ਨਾਲ, ਠੰਡ ਲੱਗਦੀ ਹੈ, ਪਹਿਲਾਂ ਕਾਂਬਾ ਚੜ੍ਹਦਾ, ਫਿਰ ਹਾਈ ਬਹੁਤ ਜ਼ਿਆਦਾ ਬੁਖਾਰ ਹੋ ਜਾਂਦਾ ਹੈ। ਫਟੀਕ, ਥਕਾਵਟ ਹੁੰਦੀ ਹੈ, ਅਤੇ ਵੀਕਨੈਸ, ਕਮਜ਼ੋਰੀ ਆ ਜਾਂਦੀ ਹੈ। ਮੋਡ ਆਫ ਟਰਾਂਸਮਿਸ਼ਨ ਥਰੂ ਦ ਬਾਈਟ ਆਫ ਇਨਫੈਕਟਿਡ ਫੀਮੇਲ ਐਨੋਫਲੀਜ਼ ਮਸਕੀਟੋ। ਹਾਂਜੀ, ਜਿਹੜੀ ਫੀਮੇਲ ਐਨੋਫਲੀਜ਼ ਹੈ, ਮੱਛਰ ਹੈ, ਉਹਦੇ ਕੱਟਣ ਦੇ ਨਾਲ ਆਪਾਂ ਨੂੰ ਇਹ ਪ੍ਰੋਬਲਮ
हो सकती है, बशर्ते एनोफिलीज भी इन्फेक्टेड होनी चाहिए है। इनक्यूबेशन पीरियड 7 to 30 days। डायग्नोस्टिक टेस्ट, माइक्रोस्कोपिक स्टडी ऑफ ब्लड स्मीयर। हाँ जी, नाउ कम टू द वेरी इंपॉर्टेंट पार्ट ऑफ द मलेरिया, डैट इज़ लाइफ साइकिल ऑफ मलेरिया। ਜਿਹੜਾ ਪਲਾਜ਼ਮੋਡੀਅਮ ਹੈ ਇਹਦੇ ਦੋ ਹੋਸਟ ਹੁੰਦੇ ਨੇ, ਇਹਨੂੰ ਦੋ ਹੋਸਟ ਚਾਹੀਦੇ ਨੇ ਆਪਣਾ ਲਾਈਫ ਸਾਈਕਲ ਕੰਪਲੀਟ ਕਰਨ ਦੇ ਲਈ, ਹਿਊਮਨ ਬੀਇੰਗਸ ਆਪਾਂ ਐਂਡ ਫੀਮੇਲ ਐਨੋਫਿਲਿਸ ਮਸਕੀਟੋ। ਇਨ ਥੀਸ ਟੂ ਹੋਸਟ ਇਟ ਕੰਪਲੀਟਸ ਇਟਸ ਏਸੈਕਸ਼ੁਅਲ ਐਂਡ ਸੈਕਸ਼ੁਅਲ ਰੀਪਰੋਡਕਸ਼ਨ। ਹਾਂਜੀ, ਲਾਈਫ ਸਾਈਕਲ ਨੂੰ ਕਿਵੇਂ ਕੰਪਲੀਟ ਕਰਦਾ ਹੈ, ਇਹ ਕੁਝ ਪੁਆਇੰਟਸ ਨੇ ਵਿਚ ਆਰ ਵੈਰੀ ਇੰਪੋਰਟੈਂਟ ਐਂਡ ਯੂ ਹੈਵ ਟੂ know about these points। ਸਭ ਤੋਂ ਪਹਿਲਾਂ ਕੀ ਹੁੰਦਾ ਹੈ, ਜਿਹੜੀ ਫੀਮੇਲ ਐਨੋਫਿਲੀਜ਼ ਮੋਸਕੀਟੋ ਹੈ ਉਹ ਕਿਸੇ ਹੈਲਦੀ ਪਰਸਨ ਨੂੰ ਬਾਈਟ ਕਰਦੀ ਹੈ, ਠੀਕ ਹੈ। ਜਦੋਂ ਕੋਈ ਮੱਛਰ ਆਪਾਂ ਨੂੰ ਕੱਟੇਗਾ ਤਾਂ ਆਪਣੇ ਵਿੱਚੋਂ ਓਬਵੀਅਸਲੀ ਉਹ ਕੀ ਲਊਗਾ, ਖੂਨ ਲਊਗਾ, ਔਰ ਬਦਲੇ ਦੇ ਵਿੱਚ ਜੋ ਉਸ ਮਸਕੀਟੋ ਦਾ ਸਲਾਈਵਾ ਹੈ ਉਹ ਆਪਣੇ ਅੰਦਰ ਚਲਾ ਜਾਂਦਾ ਹੈ। ਤਾਂ ਉਸ ਮਸਕੀਟੋ ਦੇ ਐਨੋਫਿਲੀਜ਼ ਦੇ ਸਲਾਈਵਾ ਦੇ ਵਿੱਚ ਕੀ ਹੁੰਦੇ ਨੇ, ਸਪੋਰੋਜ਼ੋਇਡਸ ਹੁੰਦੇ ਨੇ ਪਲਾਜ਼ਮੋਡੀਅਮ ਦੇ। ਇੱਕ ਸਟੇਜ ਹੁੰਦੀ ਹੈ, ਇਨਫੈਕਟਿਵ ਸਟੇਜ ਹੁੰਦੀ ਹੈ ਜਿਹਨੂੰ ਆਪਾਂ ਸਪੋਰੋਜ਼ੋਇਡਸ ਕਹਿੰਦੇ ਹਾਂ। ਤਾਂ ਉਹ ਆਪਣੇ ਥੁੱਕ ਦੇ ਨਾਲ ਆਪਣੇ ਅੰਦਰ ਇੰਜੈਕਟ ਕਰ ਦਿੰਦੀ ਹੈ ਐਨੋਫਿਲੀਜ਼। ਉਸ ਤੋਂ ਬਾਅਦ ਜਿਹੜੇ ਇਹ ਪੈਰਾਸਾਈਟਸ ਨੇ, ਸਪੋਰੋਜ਼ੋਇਡਸ ਨੇ, ਉਹ ਆਪਣੇ ਬਲੱਡ ਦੇ ਰਾਹੀਂ ਆਪਣੇ ਲੀਵਰ ਤੱਕ ਪਹੁੰਚ ਜਾਂਦੇ ਨੇ। ਲੀਵਰ ਵਿੱਚ ਜਾ ਕੇ ਉਹ ਕੀ ਕਰਦੇ ਨੇ, ਮਲਟੀਪਲਾਈ ਕਰਦੇ ਨੇ, ਰਾਈਟ। ਪਹਿਲਾਂ ਉਹਨੇ ਆਪਾਂ ਨੂੰ ਕੱਟਿਆ, ਮੱਛਰ ਨੇ ਕੱਟਿਆ ਤਾਂ ਆਪਣੇ ਅੰਦਰ ਸਪੋਰੋਜ਼ੋਇਡਸ ਐਂਟਰ ਕਰ ਗਏ। ਐਂਟਰ ਕਰਨ ਤੋਂ ਬਾਅਦ ਉਹ ਆਪਣੇ ਲੀਵਰ ਵਿੱਚ ਪਹੁੰਚ ਕੇ ਬਲੱਡ ਦੇ ਥਰੂ ਲੀਵਰ ਵਿੱਚ ਜਾ ਕੇ ਉਹਨਾਂ ਨੇ ਕਿਆ ਕੀਤਾ, ਮਲਟੀਪਲਾਈ ਕੀਤਾ, ਆਪਣੇ ਨੰਬਰ ਨੂੰ ਇਨਕਰੀਜ਼ ਕੀਤਾ। The parasites then attack the RBCs and reproduce asexually in the RBCs। ਫਿਰ ਉਸ ਤੋਂ ਬਾਅਦ ਉਹ ਆਪਣੇ ਬਲੱਡ ਦੇ RBCs ਵਿੱਚ ਜਾ ਕੇ asexually reproduce ਕਰਦੇ ਨੇ, ਕਲੀਅਰ, ਔਰ ਆਪਣੇ ਨੰਬਰ ਨੂੰ ਬਹੁਤ ਜ਼ਿਆਦਾ ਇਨਕਰੀਜ਼ ਕਰ ਲੈਂਦੇ ਨੇ। ਇੰਨਾ ਜ਼ਿਆਦਾ ਇਨਕਰੀਜ਼ ਕਰਦੇ ਨੇ ਕਿ ਉਹ ਆਪਣੇ RBC ਨੂੰ ਰਪਚਰ ਕਰਨ ਲੱਗ ਜਾਂਦੇ ਨੇ, ਤੋੜਨ ਲੱਗ ਜਾਂਦੇ ਨੇ, ਜਿਹਦੇ ਨਾਲ ਕਿਆ ਹੁੰਦਾ, ਆਪਣੇ ਅੰਦਰ ਇੱਕ ਟੌਕਸਿਕ ਸਬਸਟੈਂਸ ਰਿਲੀਜ਼ ਹੁੰਦਾ, ਹੀਮੋਜ਼ੋਇਨ, which is responsible for the chill and high fever recurring every 3 to 4 hours। ਜਿਹੜਾ 3 ਜਾਂ 4 ਘੰਟਿਆਂ ਬਾਅਦ ਆਪਾਂ ਨੂੰ ਹਾਈ ਫੀਵਰ ਚੜ੍ਹਦਾ ਹੈ, ਠੰਡ ਲੱਗਦੀ ਹੈ, ਕੰਬਣੀ ਚੜ੍ਹਦੀ ਹੈ, ਉਹ ਕਿਉਂ ਲੱਗਦੀ ਹੈ, ਕਿਉਂਕਿ 3 ਜਾਂ 4 ਘੰਟੇ ਬਾਅਦ ਇੰਟਰਵਲ ਤੋਂ ਬਾਅਦ ਆਪਣੀ ਬੋਡੀ ਦੇ ਵਿੱਚ ਹੀਮੋਜ਼ੋਇਨ ਰਿਲੀਜ਼ ਹੁੰਦੀ ਹੈ, ਇਹ ਕੈਮੀਕਲ ਰਿਲੀਜ਼ ਹੁੰਦਾ ਹੈ। ਸਮ ਆਫ ਦ ਪੈਰਾਸਾਈਟ ਡਿਫਰੈਂਸ਼ੀਏਟ ਇਨਟੂ ਮੇਲ ਐਂਡ ਫੀਮੇਲ ਗੈਮੀਟੋਸਾਈਟਸ। ਉਹਨਾਂ ਵਿੱਚੋਂ ਕੁਝ ਜਿਹੜੇ ਸਪੋਰੋਜ਼ੋਇਡਸ ਨੇ ਡਿਵਾਈਡ ਕੀਤਾ ਸੀਗਾ ਆਪਣੇ RBC ਵਿੱਚ ਜਾ ਕੇ, ਉਹਨੂੰ ਰਪਚਰ ਕਰਕੇ ਉਹ ਆਪਣੇ ਆਪ ਨੂੰ ਮੇਲ ਅਤੇ ਫੀਮੇਲ ਗੈਮੀਟੋਸਾਈਟਸ ਵਿੱਚ ਡਿਫਰੈਂਸ਼ੀਏਟ ਕਰ ਲੈਂਦੇ ਨੇ, ਰਾਈਟ। ਐਂਡ ਦੇ ਆਰ ਟੇਕਨ ਅਪ ਬਾਈ ਦ ਮਸਕੀਟੋ ਡਿਊਰਿੰਗ ਬਾਈਟਿੰਗ ਐਂਡ ਸਕਿੰਗ ਬਲੱਡ। ਫਿਰ ਕਦੋਂ ਜਦੋਂ ਉਸ ਮਲੇਰੀਆ ਵਾਲੇ ਪਰਸਨ ਨੂੰ ਕੋਈ ਮੱਛਰ ਕੱਟਦਾ ਏ, ਐਨੋਫਿਲੀਜ਼ ਮੱਛਰ ਕੱਟਦਾ ਏ, ਤਾਂ ਉਹਨੂੰ ਅੰਦਰ ਉਹ ਚਲੇ ਜਾਂਦੇ ਨੇ, ਮੱਛਰ ਦੇ ਅੰਦਰ ਮੇਲ ਅਤੇ ਫੀਮੇਲ ਗੈਮੀਟੋਸਾਈਟਸ ਚਲੇ ਜਾਣਗੇ, ਔਰ ਮੱਛਰ ਦੇ ਅੰਦਰ ਜਾ ਕੇ ਗੈਮੀਟਸ ਦੀ ਫਾਰਮੇਸ਼ਨ ਹੁੰਦੀ ਹੈ ਔਰ ਫਰਟੀਲਾਈਜੇਸ਼ਨ ਹੁੰਦੀ ਹੈ ਇਨ ਦ ਇੰਟੈਸਟਾਈਨ ਆਫ ਦ ਮਸਕੀਟੋ। ਫਿਰ ਫਰਟੀਲਾਈਜੇਸ਼ਨ ਤੋਂ ਬਾਅਦ ਜ਼ਾਈਗੋਟ ਬਣਦਾ ਹੈ ਐਂਡ ਥਾਊਜ਼ੈਂਡਸ ਆਫ ਸਪੋਰੋਜ਼ੋਇਡਸ ਵਿਚ ਮਾਈਗ੍ਰੇਟ ਇਨਟੂ ਦ ਸਲੇਵਰੀ ਗਲੈਂਡ ਆਫ ਦ ਮਸਕੀਟੋ। ਉਸ ਮਸਕੀਟੋ ਦੇ ਸਲੇਵਰੀ ਗਲੈਂਡ ਦੇ ਵਿੱਚ ਬਹੁਤ ਸਾਰੇ ਸਪੋਰੋਜ਼ੋਇਡਸ ਦੀ ਫਾਰਮੇਸ਼ਨ ਹੁੰਦੀ ਹੈ। ਫਿਰ ਦੁਬਾਰਾ ਮਤਲਬ ਜੋ ਉਹ ਮੋਸਕੀਟੋ ਹੈ ਉਹ ਕਿਆ ਬਣ ਗਿਆ, ਕਿਸੇ ਅਨਦਰ ਹੈਲਦੀ ਪਰਸਨ ਨੂੰ ਕੱਟਣ ਦੇ ਲਈ ਤਿਆਰ ਹੋ ਗਿਆ, ਰਾਈਟ। ਮਤਲਬ ਇਨ ਦਿਸ ਵੇ ਸਾਈਕਲ ਚੱਲਦਾ ਰਹਿੰਦਾ ਹੈ। ਸੈਕਸ਼ੂਅਲ ਰੀਪਰੋਡਕਸ਼ਨ ਮਸਕੀਟੋ 'ਚ ਹੁੰਦੀ ਹੈ, ਏਸੈਕਸ਼ੂਅਲ ਰੀਪਰੋਡਕਸ਼ਨ ਪਲਾਜ਼ਮੋਡੀਅਮ ਦੀ ਹਿਊਮਨ ਬੀਇੰਗ ਦੇ ਵਿੱਚ ਹੁੰਦੀ ਹੈ। ਇਸ ਤਰ੍ਹਾਂ ਇਹਦੇ ਦੋ ਹੋਸਟ ਕਹਿਲਾਏ ਜਾਂਦੇ ਨੇ, ਮਸਕੀਟੋ ਐਨੋਫਿਲਿਸ ਫੀਮੇਲ ਅਤੇ ਹਿਊਮਨ ਬੀਇੰਗ। ਹਿਊਮਨ ਬੀਇੰਗ ਦੇ ਵਿੱਚ ਕੋਈ ਵੀ ਹੋ ਸਕਦਾ, ਬੱਚਾ ਵੀ, ਬੁੱਢਾ ਵੀ, ਜਵਾਨ ਵੀ, ਐਨੀਵਨ। So this is the life cycle which is shown in the NCERT book. You can see very clearly। देखो सब तो पहला मच्छर कट रहा है, इस स्टेज के ऊपर देखो, when the mosquito bites another human sporozoids injected into bite। उन्हें हाथ से मच्छर ने कटिया और स्पोरोजोइड्स वो अंदर चले गए। अंदर जाने तो बाद पैरासाइट्स रीच द लीवर थ्रू ब्लड, वो लीवर च आ गए। फिर द पैरासाइट रीप्रोड्यूसिस एसेक्शुअली इन द लीवर एंड रिलीज इन टू द ब्लड। उन्होंने रीप्रोड्यूस किया उत्थे एसेक्शुअली ते ब्लड दे विच आ गए।
फिर उन्होंने ब्लड नू सॉरी यस फिर उस पैरासाइट ने क्या किया रीप्रोड्यूस किया एसैक्चुअली आरबीसीज दे विच आरबीसी नू रपचर किया ठीक है तो फीवर हो गया क्योंकि हीमोजोइन दी अमाउंट वध गई बॉडी दे विच एंड दैन दे डिफरेंशिएट इनटू द मेल एंड फीमेल गेमेटोसाइट्स यही गेमेटोसाइट्स एक मच्छर दे अंदर चले जाते हैं दोबारा जदों वो मच्छर किसी ह्यूमन बींग नू कट्टेगा और मच्छर दे अंदर जाके वो की करते हैं फर्टिलाइजेशन एंड डिवेलपमेंट टेक्स प्लेस इन द मस्कीटोज इंटेस्टाइन दैन सलीवरी ग्लैंड्स विच जाके फिर दोबारा स्पोरोजोइड्स बनते हैं एंड दे आर अगेन रेडी फॉर द नैक्सट साइकिल सो दिस पिक्चर यू कैन डाउनलोडेड इट फ्रॉम योर NCERT थोनों PDF का लिंक भेजा हुआ उतों तुम ये पिक्चर देख सकते हो बहुत ही इंपॉर्टेंट क्वेश्चन है ये वाला और थोनों ये बहुत ही क्लीयर समझ आ जाएगा देखो डिमार्केशन की हुई है मस्कीटो होस्ट एंड ह्यूमन होस्ट जो स्टेजिस ह्यूमन बींग दे विच हुंदियां ने और इधरले पासे लैफ्ट हैंड साइड ते जो वो स्टेजिस ने जो अपने मस्कीटो दे विच हुंदियां ने मतलब सैक्शुअल स्टेज मस्कीटो दे विच है ए सैक्शुअल स्टेजिस इहदियां सारियां ह्यूमन होस्ट दे विच है So this is all about the common pathogens and the diseases caused by these common pathogens. In the next video we will cover the AIDS and cancer. I hope थोनों ये सारियां डिजीज़ समझ आ गई होंगियां मेन इंपॉर्टेंट है इन्हां दे पॉजिटिव ऑर्गेनिज्म सिम्पटम्स लर्न करना प्रिवेंटिव मैजर्स जिहड़े हैगे ने वो सारियां डिजीज़ दे मैंने ऊपर कॉमनली कवर कर लिते ने अगर थोनों इंडिविजुअली भी आते हैं दैन यू हैव राइट दोज प्रिवेंटिव मैजर्स फॉर ऑल द डिजीज़ राइट सारे वास्ते कॉमन है वो मैंने ऊपर अलग तो थोनों दसते सीगे सिर्फ एक का ही अपना लाइफ साइकिल सीगा प्लाज्मोडियम का वो भी अपने कवर कर लिता सो दिस इज़ द एंड ऑफ दिस लैक्चर वी विल कवर द एड्स एंड कैंसर इन आवर नेक्स्ट वीडियो थैंक यू सो मच